देखो जो 4 मैंबर बने आ, वो तो पहला ही इस लेख लिख चुके आ, उस हक च ने भी ਜਿਹੜੇ ਕਾਨੂੰਨ ਲਾਗੂ ਕੀਤੇ ਜਾਣ। ਉਹੀ 4 ਨੁਮਾਇੰਦੇ ਨੇ, ਉਹਨਾਂ ਚੋਂ ਇੱਕ ਐਡਵਾਈਜ਼ਰ ਨੇ ਪ੍ਰਾਈਮ ਮਿਨਿਸਟਰ ਦੇ। ਜੇ ਕਮਾਂਡਯੋਗ ਕੋਰਟ ਨੇ ਕਿਹਾ ਸੀ ਵੀ ਅਸੀਂ ਕਰ ਸਕਦੇ ਹਾਂ ਤੇ ਉਹਨਾਂ ਨੂੰ ਕਰ ਦੇਣਾ ਚਾਹੀਦਾ ਸੀ। ਉਹਨਾਂ ਨੂੰ ਕਨਸਟੀਟਿਊਸ਼ਨਲੀ ਕੋਈ ਸਬੂਤ ਜਾਂ ਕੋਈ ਚੀਜ਼ ਨਹੀਂ ਚਾਹੀਦੀ ਸੀ। ਹੁਣ ਵੀ ਉਹਨਾਂ ਨੇ ਇਹੀ ਕਿਹਾ ਵੀ ਇਹ ਕਾਨੂੰਨ ਜੇ ਤੁਹਾਨੂੰ ਇਹਦੇ 'ਚ ਚੇਂਜਿਸ ਆਉਂਦੀਆਂ ਚੇਂਜਿਸ ਕਰਨ, ਜੇ ਨया ਇਹਨੂੰ ਰਿਪੀਲ ਕਰਕੇ ਬਰਾਬਰ ਦਾ ਨਵੇਂ ਕਾਨੂੰਨ ਬਣਾਏ ਜਾਣ। ਕੋਈ ਖਾਸ ਖੁਸ਼ੀ ਨਹੀਂ ਹੋਊਗੀ ਜੇ ਅਸੀਂ ਮੁੜ ਕੇ ਵੀ ਜਾਵਾਂਗੇ ਜਿੱਤ ਕੇ, ਕਿਉਂਕਿ ਸਾਡੀਆਂ ਮੁਸ਼ਕਲਾਂ ਜਿਉਂ ਦੇ ਤਿਉਂ ਪਈਆਂ ਨੇ। ਜਿੱਥੇ ਕਿ ਕਾਨੂੰਨ ਉਸ ਮੁਸ਼ਕਲਾਂ ਨੂੰ ਹੱਲ ਕਰਨ ਲਈ ਬਣਨੇ ਚਾਹੀਦੇ ਸੀਗੇ। ਸਾਡਾ ਕਰਜ਼ਾ ਜਿਹੜਾ ਵੱਡੀ ਵੱਡੀ ਇੰਡਸਟਰੀ ਕਹਿੰਦੇ ਸਿੱਖ ਹੋ ਜਾਂਦੀ ਹੈ ਤਾਂ ਇੰਨੇ ਕਰੋੜ ਅਰਬਾਂ ਕਰੋੜ ਮਾਫ ਕੀਤੇ ਜਾਂਦੇ ਆ, ਤਾਂ ਸਾਡੇ ਵੀ ਕਰਜ਼ੇ ਮਾਫ ਕੀਤੇ ਜਾਣ। ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਤੇ ਅਗਲੀ ਸੁਣਵਾਈ ਤੱਕ ਪਾਬੰਦੀ ਲਾ ਦਿੱਤੀ ਗਈ ਹੈ ਤੇ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਹਨਾਂ ਕਾਨੂੰਨਾਂ ਤੇ ਸੁਣਵਾਈ ਕਰੂਗੀ। ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਕਿਸਾਨ ਜਥੇਬੰਦੀਆਂ ਇਹ ਕਮੇਟੀ ਕੋਲ ਪਹੁੰਚਣ ਤੇ ਆਪਣੇ ਜਿਹੜੇ ਕਾਨੂੰਨਾਂ ਦੇ ਮਸਲੇ ਨੇ ਉਹਨਾਂ ਬਾਰੇ ਸਮਝਾਉਣ। ਸਾਡੇ ਨਾਲ ਹਰਮੀਤ ਸਿੰਘ ਕਾਦੀਆਂ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ ਕਾਦੀਆਂ ਸਾਹਿਬ, ਸਵਾਗਤ ਹੈ ਜੀ। ਸਵਾਗਤ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਅੱਜ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਆ, ਕਾਨੂੰਨਾਂ ਤੇ ਰੋਕ ਲਗਾ ਦਿੱਤੀ ਗਈ ਆ, 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਹੜਾ 4 ਮੈਂਬਰੀ ਮਾਨਯੋਗ ਸੁਪਰੀਮ ਕੋਰਟ ਆ, ਕੁਝ ਵੀ ਕਰ ਸਕਦੇ ਆ, ਪਰ ਸਾਡੀ ਜਥੇਬੰਦੀਆਂ ਦਾ ਫੈਸਲਾ ਸੀ ਵੀ ਅਸੀਂ ਕੋਰਟ 'ਚ ਨਹੀਂ ਜਾਣਾ ਚਾਹੁੰਦੇ। ਅਸੀਂ ਕਨਸਟੀਟਿਊਸ਼ਨਲੀ ਜਿਹੜੇ ਪਾਰਲੀਮੈਂਟ ਦੇ ਵਿੱਚ MP ਬਣੇ ਹੋਏ ਨੇ ਵੀ ਉਹਨਾਂ ਤੋਂ ਹੀ ਫੈਸਲਾ ਕਰਾਉਣਾ ਚਾਹੁੰਦੇ। ਜਿਹੜੇ ਕਾਨੂੰਨ ਬਣਾਉਂਦੇ ਨੇ ਉਹਨਾਂ ਦੇ ਕਾਨੂੰਨ ਵਾਪਸ ਕਰਾਉਣਾ ਚਾਹੁੰਦੇ ਆ। ਜਦ ਤੱਕ ਇਹ ਰਿਪੀਲ ਨਹੀਂ ਹੁੰਦੇ 3 ਕਾਨੂੰਨ, ਇਹ ਤੋਂ ਥੱਲੇ ਸਾਡਾ ਕੋਈ ਫੈਸਲਾ ਹੀ ਹੈ ਨਹੀਂ। 8 ਮੀਟਿੰਗਾਂ ਸਾਡੀਆਂ ਹੋ ਰਹੀਆਂ ਸਰਕਾਰ ਨਾਲ, ਤੇ ਸਰਕਾਰ ਟੇਢੇ ਤਰੀਕੇ ਨਾਲ ਸੁਪਰੀਮ ਕੋਰਟ ਦਾ ਰਸਤਾ ਅਪਣਾ ਕੇ ਸਾਡੀ ਬਾਂਹ ਬਣਾਉਣਾ ਚਾਹੁੰਦੇ ਆ ਕਿਸਾਨਾਂ ਜਥੇਬੰਦੀਆਂ ਦੀ। ਉਹ ਨਹੀਂ ਅਸੀਂ ਹੋਣ ਦੇਣਾ ਚਾਹੁੰਦੇ। ਜਿਹੜੀ ਕਮੇਟੀ ਬਣਾਉਣ ਦੀ ਗੱਲ ਸੀ ਉਹ ਪਹਿਲਾਂ ਵੀ ਸਰਕਾਰ ਨੇ ਵੀ ਪ੍ਰਪੋਜ਼ਲ ਦਿੱਤੀ ਸੀ 4-5 ਬੰਦਿਆਂ ਦੀ ਕਮੇਟੀ ਬਣਾ ਲਓ। ਅਸੀਂ ਉਦੋਂ ਵੀ ਇਹਨਾਂ ਨੂੰ ਠੁਕਰਾਤਾ ਸੀ ਪ੍ਰਪੋਜ਼ਲ ਨੂੰ। ਹੁਣ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਬਣਾਈ ਆ, ਉਹਦੇ 2 ਮਹੀਨੇ ਤੇ 10 ਦਿਨ ਦਾ ਟਾਈਮ ਰੱਖਿਆ ਵੀ ਉਹ ਰਿਪੋਰਟ ਦਊਗੀ। ਉਹਦੀ ਐਕਸਟੈਂਸ਼ਨ ਵੀ ਹੋ ਜਾਂਦੀ ਹੁੰਦੀਆਂ। ਕਮੇਟੀਆਂ ਠੰਡੇ ਬਸਤੇ ਪਾਉਣ ਨੂੰ ਹੁੰਦੀਆਂ। ਅਸੀਂ ਇਸ ਅੰਦੋਲਨ ਨੂੰ ਜਾਂ ਇਹ ਸਾਡੀਆਂ 3 ਮੰਗਾਂ, ਇੱਕ ਜਾਇਜ਼ ਕਿਸਾਨੀ 3 ਮੰਗਾਂ ਨੇ ਵੀ 3 ਕਾਨੂੰਨ ਵਾਪਸ ਲਿੱਤੇ ਜਾਣ, MSP ਦੇ ਕਾਨੂੰਨ ਬਣਾਇਆ ਜਾਵੇ ਅਗਲਾ। ਇਸ 'ਤੇ ਹੁਣ ਰਹੀਏ ਕਿਉਂਕਿ ਪਹਿਲਾਂ ਅਸੀਂ ਲੈ ਕੇ ਆਏ ਸੀ ਆਰਡੀਨੈਂਸ ਜਿਹੜੇ 2 ਹਾਜ਼ਰ ਕੀਤੇ ਸੀ ਬਿਜਲੀ ਦੇ 2020 ਦੇ ਅਤੇ ਪਰਾਲੀ ਦੇ ਉੱਤੇ, ਉਹਦਾ ਸਾਡੇ ਫੈਸਲਾ ਸਰਕਾਰ ਨਾਲ ਹੋ ਚੁੱਕਿਆ। ਅਤੇ ਹੁਣ ਜਿਹੜਾ MSP ਦੇ ਉੱਤੇ ਕਾਨੂੰਨ ਬਣਾਉਣ ਦਾ ਅਤੇ 3 ਲਾਅ ਜਿਹੜੇ ਰਿਪੀਲ ਕਰਨ ਦਾ, ਜਿਹੜਾ ਹੁਣ ਜਲਦੀ ਹੋ ਸਕਦਾ ਸੀ ਉਹ 3 ਲਾਅ ਰਿਪੀਲ ਕਰਨ ਦਾ ਹੈਗਾ। MSP ਦੀ ਕਮੇਟੀ ਬਣ ਸਕਦੀ ਆ, ਉਹ ਬਾਅਦ ਜਿਵੇਂ ਵੀ ਪ੍ਰੋਸੀਜਰ ਹੁੰਦਾ ਇੱਕ ਕਾਨੂੰਨ ਬਣਾਉਣ ਦਾ, ਕਾਨੂੰਨ ਵਾਅਦਾ ਲੈ ਕੇ ਉਹਦਾ ਕਾਨੂੰਨ ਬਣ ਸਕਦਾ। ਅਤੇ ਇਸ 'ਤੇ ਹੀ ਇਹ ਕਮੇਟੀ ਨੂੰ ਅਸੀਂ ਠੁਕਰਾਤਾ। ਜਿਹੜੀ ਵੀ ਕਮੇਟੀ ਬਣੂਗੀ ਅਸੀਂ ਉਹਦੇ ਵਿੱਚ ਨਹੀਂ ਗੱਲ ਕਰਦੇ, ਅਸੀਂ ਤੁਰੰਤ ਫੈਸਲਾ ਲੈਣਾ ਚਾਹੁੰਦੇ ਹਾਂ। ਇੱਕ ਕੰਕਰੀਟ ਫੈਸਲਾ ਲੈ ਕੇ ਜਾਣਾ ਚਾਹੁੰਦੇ ਆ ਕਿਸਾਨ ਵੀ ਅਤੇ ਕਿਸਾਨ ਜਥੇਬੰਦੀਆਂ ਵੀ। ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਕੋਲ ਅਧਿਕਾਰ ਹੈਗਾ ਇਹ ਕਾਨੂੰਨਾਂ ਨੂੰ ਰੱਦ ਕਰਨ ਦਾ, ਪਰ ਜਿੰਨਾ ਚਿਰ ਇਹ ਕਾਨੂੰਨਾਂ ਬਾਰੇ ਪੂਰਾ ਜਾਣਕਾਰੀ ਨਹੀਂ ਸਾਨੂੰ ਪ੍ਰਾਪਤ ਹੁੰਦੀ ਉਹਨਾਂ ਟਾਈਮ ਅਸੀਂ ਕੁਝ ਨਹੀਂ ਕਰ ਸਕਦੇ। ਕਮੇਟੀ ਇਹ ਕਾਨੂੰਨਾਂ ਬਾਰੇ ਜਿਹੜੀ ਤੱਥ ਨੇ ਉਹਨਾਂ 'ਤੇ ਖੋਜ ਕਰੂਗੀ ਅਤੇ ਸਾਨੂੰ ਦੱਸੂਗੀ, ਫਿਰ ਅਸੀਂ ਅਗਲਾ ਫੈਸਲਾ ਲਵਾਂਗੇ। ਕੀ ਕਹਿੰਦੇ? ਦੇਖੋ ਜੇ 4 ਮੈਂਬਰ ਬਣੇ ਆ, ਉਹ ਤਾਂ ਪਹਿਲਾਂ ਹੀ ਇਸ ਲੇਖ ਲਿਖ ਚੁੱਕੇ ਆ, ਉਸ ਹੱਕ 'ਚ ਨੇ ਵੀ ਜਿਹੜੇ ਕਾਨੂੰਨ ਲਾਗੂ ਕੀਤੇ ਜਾਣ। ਉਹੀ 4 ਨੁਮਾਇੰਦੇ ਨੇ, ਉਹਨਾਂ ਚੋਂ ਇੱਕ ਐਡਵਾਈਜ਼ਰ ਨੇ ਪ੍ਰਾਈਮ ਮਿਨਿਸਟਰ ਦੇ, ਅਤੇ ਬਾਕੀ ਜਿਹੜੇ ਜਥੇਬੰਦੀਆਂ ਨੇ ਉਹ ਵੀ ਅਲੱਗ-ਅਲੱਗ ਚੀਫ ਮਿਨਿਸਟਰਾਂ ਦੀ ਐਡਵਾਈਜ਼ਰ ਵਿੱਚ ਆਉਂਦੇ ਨੇ। ਆਪਣੇ ਲੇਖ ਲਿਖ ਚੁੱਕੇ ਨੇ, ਤਾਂ ਕਲੈਰਿਟੀ ਆ ਵੀ ਉਹ ਕਾਨੂੰਨ ਦੀ ਕਿਹੜੀ ਪਰਿਭਾਸ਼ਾ ਨੂੰ ਅੱਗੇ ਲੋਕਾਂ ਸਾਹਮਣੇ ਰੱਖਣਗੇ। ਇਸ ਕਰਕੇ ਵੀ, ਪਰ ਜਿਹੜੀ ਕਮੇਟੀ ਦੀ ਪਹਿਲਾਂ ਗੱਲ ਕੀਤੀ ਉਹ ਤਾਂ ਵੈਸੇ ਹੀ ਨਹੀਂ ਆਪਾਂ ਬਣਾਉਣਾ ਚਾਹੁੰਦੇ, ਪਰ ਪਰਿਭਾਸ਼ਾ ਜਿਹੜੀ 4 ਬੰਦਿਆਂ ਦਾ ਨਾਮ ਆਇਆ ਉਹ ਵੀ ਕੋਈ ਖਾਸ ਵਧੀਆ ਨਾਮ ਨਹੀਂ ਆਏ। ਉਹ ਵੀ ਸਾਬਤ ਹੁੰਦੇ ਆ ਵੀ ਇਹ ਸਰਕਾਰ ਗੱਲ ਸੁਪਰੀਮ ਕੋਰਟ ਤੋਂ ਸਾਡੀ ਬਾਂਹ ਕਿਵੇਂ ਮਰੋੜਨਾ ਚਾਹੁੰਦੇ ਨੇ। ਇਸ ਕਰਕੇ ਜਿਹੜੀ ਹੁਣ 15 ਤਰੀਕ ਦੀ ਮੀਟਿੰਗ ਆ ਉਹ ਬੜੀ ਇੰਪੋਰਟੈਂਟ ਹੋ ਜਾਊਗੀ ਇਸ ਗੌਰਮੈਂਟ ਨਾਲ, ਵੀ ਗੌਰਮੈਂਟ ਇਸ ਤੋਂ ਬਾਅਦ ਕਿਹੜੇ ਮੂਡ 'ਤੇ ਆਉਂਦੀ ਹੈ, ਕਿਉਂਕਿ ਰੋਕ ਲੱਗ ਚੁੱਕੀ ਹੈ। ਅੱਜ ਤੋਂ ਬਾਅਦ ਕੋਈ ਉਹ ਕਾਨੂੰਨ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਲੱਗ ਸਕਦੇ। ਇਹ ਸੰਘਰਸ਼ ਦੀ ਸਮਝ ਲਓ ਇੱਕ ਪਹਿਲੀ ਪੌੜੀ ਜਿੱਤ ਆ ਵੀ ਜਦ ਤੱਕ ਉਹ ਸਟੇ ਰਹੂਗੀ, ਜਦ ਤੱਕ ਕਾਨੂੰਨ ਨਹੀਂ ਲਾਗੂ ਹੋਣਗੇ। ਪਰ ਅਸੀਂ ਜਦ ਤੱਕ ਸੰਘਰਸ਼ ਵਾਪਸ ਨਹੀਂ ਲਵਾਂਗੇ, ਸ਼ਾਂਤਮਈ ਸੰਘਰਸ਼, ਜਦ ਤੱਕ ਇਹ ਕਾਨੂੰਨ ਰਿਪੀਲ ਨਹੀਂ ਹੁੰਦੇ। ਕਿਉਂਕਿ ਜੇ ਮਾਨਯੋਗ ਕੋਰਟ ਨੇ ਕਿਹਾ ਸੀ ਵੀ ਅਸੀਂ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਕਰ ਦੇਣਾ ਚਾਹੀਦਾ ਸੀ। ਉਹਨਾਂ ਨੂੰ ਕਨਸਟੀਟਿਊਸ਼ਨਲੀ ਕੋਈ ਸਬੂਤ ਜਾਂ ਕੋਈ ਚੀਜ਼ ਨਹੀਂ ਚਾਹੀਦੀ ਸੀ। ਉਹ ਮਿੰਟਸ ਰਿਕਾਰਡ ਹੋਏ ਆ ਰਾਜ ਸਭਾ 'ਚ, ਉਹਨਾਂ ਨੇ ਵੋਇਸ ਮੇਲ ਨਾਲ ਉਹ ਮਿੰਟਸ ਆਪਣੇ ਵੋਇਸ ਮੇਲ ਨਾਲ ਇਹ ਰੂਲ ਪਾਸ ਕੀਤੇ ਆ, ਉੱਥੇ ਕਾਊਂਟਿੰਗ ਨਹੀਂ ਕੀਤੀ ਗਈ। ਇਹ ਗੈਰ ਹੈਗਾ ਵਿਧਾਨ ਦੇ ਵਿੱਚ ਨਹੀਂ ਹੈ।
ਤੇ ਦੂਜਾ ਜਿਹੜਾ ਵੀ ਲਾਅ ਕੰਕਰੀਟ ਲਿਖਿਆ ਹੋਇਆ ਵੀ ਸਟੇਟ ਲਿਸਟ 'ਚ ਹੈਗੇ ਨੇ, ਸੈਂਟਰਲ ਲਿਸਟ ਨਹੀਂ ਹੈਗੇ। ਇਹ ਸਟੇਟ ਲਿਸਟ, ਐਗਰੀਕਲਚਰ ਮਾਰਕੀਟਿੰਗ ਦੋਨੇ ਸਟੇਟ ਲਿਸਟ ਨੇ। ਇਹ ਦੋ ਚੀਜ਼ਾਂ ਬਹੁਤ ਵੱਡੇ ਪ੍ਰੂਫ ਸੀਗੇ ਜੀ, ਇਦੋਂ ਵੱਡਾ ਪ੍ਰੂਫ ਕੋਈ ਤਾਂ ਹੈ ਨਹੀਂ। ਤੀਜਾ ਪ੍ਰੂਫ ਜਿਹੜਾ ਆਪਾਂ ਕਹਿ ਦਿੰਦੇ ਆ ਜਿਹਦੀ ਕੰਟਰੋਵਰਸ਼ਲ ਹੋ ਸਕਦੀ ਹੈ, ਪਰ ਉਹਦਾ ਵੀ ਬਹੁਤ ਵੱਡਾ ਪ੍ਰੂਫ ਆ ਵੀ ਇਹ ਗਲਤ ਟਾਈਮ ਦੇ ਵਿੱਚ, ਜਦੋਂ ਕੋਵਿਡ-19 ਵਿੱਚ ਆਪਾਂ ਸਾਰੇ ਲੋਕਾਂ ਨੂੰ ਘਰੇ ਵਾੜਿਆ ਹੋਇਆ ਸੀ, ਉਦੋਂ ਆਰਡੀਨੈਂਸ ਪਾਸ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਸੀ। ਇੱਕਦਮ ਲਿਆ ਕੇ ਉਸ ਟਾਈਮ ਜਦੋਂ ਲੋਕ ਅੰਦਰ ਨੇ, ਕਿਉਂਕਿ ਸਰਕਾਰ ਦੀ ਨੀਤੀ ਤੇ ਨੀਅਤ ਦਾ ਸਾਫ਼ ਹੋ ਰਿਹਾ ਸੀ ਵੀ ਉਦੋਂ ਲੋਕ ਘਰਾਂ 'ਚ ਨੇ ਵੀ ਅੰਦੋਲਨ ਨਹੀਂ ਕਰ ਪਾਉਣਗੇ, ਵੀ ਹੁਣ ਆਪਾਂ ਇਹ ਕਾਨੂੰਨ ਧੱਕੇ ਨਾਲ ਲਾਗੂ ਕਰਾ ਲਾਂਗੇ। ਇਹ ਗੱਲ ਮਾਨਯੋਗ ਸੁਪਰੀਮ ਕੋਰਟ ਨੂੰ ਵਾਚ ਕਰਨੀ ਚਾਹੀਦੀ ਸੀ। ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੀ ਆਮ ਪਬਲਿਕ ਨੂੰ ਦਿੱਕਤਾਂ ਆ ਰਹੀਆਂ ਨੇ, ਅਸੀਂ ਲੋਕਾਂ ਵਾਸਤੇ ਬਣੇ ਆ, ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨਾ ਵੀ ਸਾਡਾ ਫਰਜ਼ ਆ। ਤੇ ਉਹਨਾਂ ਨੇ ਕਿਹਾ ਹੈ ਵੀ ਇਹ ਕਾਨੂੰਨ ਜੋ ਸਾਡੇ ਦਾਇਰੇ 'ਚ ਆਉਂਦਾ ਉਹਦੇ ਹਿਸਾਬ ਨਾਲ ਅਸੀਂ ਇਸ ਦਾ ਹੱਲ ਕਰਾਂਗੇ। ਬਿਲਕੁਲ, ਮੈਂ ਤੁਹਾਨੂੰ ਗੱਲਾਂ ਜਿਹੜੀ ਦੱਸ ਕੇ ਹਟਿਆ ਉਹ ਵੀ ਹੋ ਗਿਆ। ਜਿਵੇਂ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਆ ਵੀ ਜਿਹੜੀ ਦਾਇਰੇ 'ਚ ਆਉਂਦਾ, ਜਦੋਂ ਇੱਕ ਆਵਾਮ ਨੇ ਕਾਨੂੰਨ ਬਣਾਏ ਸੀਗੇ ਉਹ ਲੋਕਾਂ ਵਾਸਤੇ ਹੁੰਦਾ। ਡੈਮੋਕ੍ਰੇਸੀ ਵਿੱਚ ਲੋਕ ਵੱਡੇ ਨੇ, ਫੋਰ ਦਾ ਪੀਪਲ, ਆਫ ਦਾ ਪੀਪਲ, ਬਾਏ ਦਾ ਪੀਪਲ, ਤਾਂ ਉਹਨੂੰ ਵੀ ਇੱਕ ਮੈਟਰ ਕਰਨਾ ਚਾਹੀਦਾ। ਜਦੋਂ ਸਾਰੇ ਲੋਕ ਕਹਿ ਰਹੇ ਨੇ ਵੀ ਕਾਨੂੰਨ ਸਾਨੂੰ ਨਹੀਂ ਚਾਹੀਦੇ, ਜਦੋਂ ਕਾਨੂੰਨ ਬਣਾਉਣ ਲੱਗੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਵੀ ਜਦੋਂ ਤੁਸੀਂ ਕਾਨੂੰਨ ਬਣਾਏ ਸੀ ਕੀ ਜਿਨ੍ਹਾਂ ਦੇ ਕਾਨੂੰਨ ਲੱਗਣਾ ਸੀ ਉਹਨਾਂ ਨੂੰ ਤੁਸੀਂ ਵਿੱਚ ਲਿਆ ਸੀ? ਉਹ ਸਾਫ਼ ਹੋ ਗਿਆ, ਸਰਕਾਰ ਨੇ ਜਵਾਬ ਦਿੱਤਾ ਵੀ ਨਹੀਂ, ਇਹਨਾਂ ਨੂੰ ਨਹੀਂ ਪੁੱਛਿਆ ਗਿਆ, ਬਿਨਾਂ ਪੁੱਛੇ ਕਾਨੂੰਨ ਨਹੀਂ ਬਣਾਉਣੇ ਚਾਹੀਦੇ। ਹੁਣ ਵੀ ਉਹਨਾਂ ਨੇ ਇਹੀ ਕਿਹਾ ਵੀ ਇਹ ਕਾਨੂੰਨ ਜੇ ਤੁਹਾਨੂੰ ਇਹਦੇ 'ਚ ਚੇਂਜਿਸ ਆਉਂਦੀਆਂ ਚੇਂਜਿਸ ਕਰਨ, ਜੇ ਨया ਇਹਨੂੰ ਰਿਪੀਲ ਕਰਕੇ ਬਰਾਬਰ ਦਾ ਨਵੇਂ ਕਾਨੂੰਨ ਬਣਾਏ ਜਾਣ। ਉਹ ਤਾਂ ਪਹਿਲਾਂ ਜਥੇਬੰਦੀਆਂ ਵੀ ਕਹਿ ਚੁੱਕੀਆਂ ਵੀ ਇਹਨੂੰ ਰਿਪੀਲ ਕਰੋ, ਜੇ ਤੁਸੀਂ ਚਾਹੁੰਦੇ ਹੋ ਰਿਫਾਰਮਸ ਲੈ ਕੇ ਆਉਣੇ ਬਰਾਬਰ ਤਾਂ। ਹੁਣ ਅਸੀਂ ਬੈਠੇ ਹਾਂ, ਕਮੇਟੀ ਬਣਾ ਲਓ, ਨਵੇਂ ਕਾਨੂੰਨ ਵਾਸਤੇ ਅਸੀਂ ਆਪਣੇ ਉਹਦੇ ਮੂਹਰੇ ਪੇਸ਼ ਹੋਣ ਨੂੰ ਤਿਆਰ ਹਾਂ ਵੀ ਕਿਸਾਨ ਚਾਹੁੰਦੇ ਕੀ ਨੇ, ਜਿਹੜੀ ਕਿਸਾਨਾਂ ਦੀਆਂ ਜ਼ਰੂਰਤਾਂ ਹੋਣਗੀਆਂ ਗਰਾਊਂਡ ਲੈਵਲ ਤੋਂ ਉਹ ਅਸੀਂ ਦੱਸ ਦਾਂਗੇ। ਬਜ਼ੁਰਗਾਂ ਤੇ ਮਹਿਲਾਵਾਂ ਬਾਰੇ, ਬੱਚਿਆਂ ਬਾਰੇ ਕਿਹਾ ਗਿਆ ਹੈ ਕਿ ਉਹਨਾਂ ਦੀ ਸਾਨੂੰ ਜ਼ਿਆਦਾ ਚਿੰਤਾ ਹੈ, ਉਹਨਾਂ ਨੂੰ ਅਜਿਹੀ ਠੰਡ 'ਚ ਇੱਥੇ ਨਹੀਂ ਰੱਖਣਾ ਚਾਹੀਦਾ, ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਕਹਾਂਗੇ ਇਹ ਅੱਜ ਵੀ ਗੱਲ ਹੋਈ ਸੀ ਕੋਰਟ 'ਚ ਵਿੱਚ, ਕੱਲ੍ਹ ਵੀ ਹੋਈ ਸੀ। ਕੱਲ੍ਹ ਫੂਲਕਾ ਸਾਹਿਬ ਨੇ ਕਲੀਅਰ ਕਰਤਾ ਸੀ ਕਿ ਉਹਨਾਂ ਨੇ ਇੱਕ ਤਰ੍ਹਾਂ ਕਿਹਾ ਸੀ ਵੀ ਮੈਂ ਵੀ ਪੰਜਾਬ ਤੋਂ ਆਉਣਾ ਤੇ ਫਾਰਮਿੰਗ ਬੈਕਗਰਾਊਂਡ ਆ ਤੇ 40 ਟਰਾਲੀਆਂ ਮੇਰੇ ਪਿੰਡੋਂ ਵੀ ਆਈਆਂ ਨੇ, ਅਸੀਂ ਵੀ ਕਹਿ ਕੇ ਦੇਖ ਲਿਆ ਬਜ਼ੁਰਗਾਂ ਤੇ ਬੱਚਿਆਂ ਨੂੰ ਵੀ ਤੁਸੀਂ ਘਰੇ ਚਲੇ ਜਾਓ। ਕਹਿੰਦੇ ਨਹੀਂ, ਅਸੀਂ ਇਸ ਸੰਘਰਸ਼ ਦੇ ਵਿੱਚ ਹਾਜ਼ਰ ਰਹਿਣਾ, ਬੇਸ਼ੱਕ ਠੰਡ ਜਿੰਨੀ ਮਰਜ਼ੀ ਹੋਵੇ, ਜਦ ਤੱਕ ਰਿਪੀਲ ਨਹੀਂ ਹੁੰਦਾ ਜਦ ਤੱਕ ਅਸੀਂ ਘਰੇ ਨਹੀਂ ਮੁੜਨਾ। ਤੇ ਉਹ ਕੱਲ੍ਹ ਕਲੀਅਰ ਹੋ ਗਈ ਸੀ, ਸਾਡੇ ਵਕੀਲ ਵੱਲੋਂ ਪੇਸ਼ ਕੀਤੀ ਗਈ ਸੀ ਜੀ। ਅੱਗੇ ਕਿੱਦਾਂ ਦੇ ਜਿਹੜੇ 26 ਤਰੀਕ ਦੇ ਪ੍ਰਦਰਸ਼ਨ ਕੀਤੇ ਜਾਣੇ ਨੇ ਉਹਨਾਂ ਬਾਰੇ ਕਿੱਦਾਂ ਦੇਖਦੇ ਹੋ? ਸੁਪਰੀਮ ਕੋਰਟ 'ਚ ਇਹ ਵੀ ਕਿਹਾ ਗਿਆ ਕਿ ਮਾਹੌਲ ਖਰਾਬ ਹੋ ਸਕਦਾ 26 ਤਰੀਕ ਨੂੰ, ਜਾਂ ਕਿਹਾ ਗਿਆ ਇਹ ਉੱਚ ਅਧਿਕਾਰੀਆਂ ਕੋਲੋਂ, ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਪਰਮਿਸ਼ਨ ਲੱਤੀ ਜਾਵੇ। ਨਹੀਂ, ਉਹਨਾਂ ਨੇ ਇਹ ਕਿਹਾ ਵੀ 26 ਤਰੀਕ ਨੂੰ ਜੇ ਮਾਹੌਲ ਖਰਾਬ ਹੁੰਦਾ ਉਹਦੇ 'ਚ ਤਿੰਨੇ ਪੱਖ ਜਿਹੜੇ ਹੈਗੇ ਰੱਖਦੇ ਆ, ਕਿਸਾਨ ਜਥੇਬੰਦੀਆਂ, ਸੁਪਰੀਮ ਕੋਰਟ ਤੇ ਸਰਕਾਰ, ਤਿੰਨੇ ਜ਼ਿੰਮੇਵਾਰ ਹੋਣਗੀਆਂ। ਜੇ ਕੱਲ੍ਹ ਨੂੰ ਕੋਈ ਗੜਬੜ ਹੁੰਦੀ ਹੈ ਤਾਂ ਤਿੰਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ 26 ਤਰੀਕ ਦਾ ਪ੍ਰੋਗਰਾਮ ਸਹੀ ਤਰੀਕੇ ਨਾਲ ਕੀਤਾ ਜਾਵੇ। ਜੇ ਅਸੀਂ ਕਾਲ ਦਿੱਤੀ ਹੋਈ ਆ ਪਰੇਡ ਦੀ, ਇੱਕ ਕਿਸਾਨ ਪਰੇਡ ਕਰਨੀ ਹੈ ਤਾਂ ਉਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ। ਸੁਪਰੀਮ ਕੋਰਟ ਨੇ ਵੀ ਇਹਦੇ ਵੱਲ ਧਿਆਨ ਦਿਵਾਇਆ ਵੀ ਆਪਾਂ ਤਿੰਨੇ ਗੁਨਾਹਗਾਰ ਹੋਵਾਂਗੇ ਜੇ ਕੱਲ੍ਹ ਨੂੰ ਕੋਈ ਵੀ ਉਹਦੇ ਮਾਹੌਲ ਖਰਾਬ ਹੁੰਦਾ। ਜੀ ਜੀ, ਜੇ ਆਪਾਂ ਗੱਲ ਕਰੀਏ ਕਾਨੂੰਨ ਰੱਦ ਹੁੰਦੇ ਨੇ ਤਾਂ ਇਹ ਕਾਨੂੰਨ ਰੱਦ ਕਰਕੇ ਕਿੱਦਾਂ ਦੇ ਕਾਨੂੰਨ ਚਾਹੀਦੇ ਨੇ ਜਿਹੜੇ ਕਿਸਾਨ ਦੇ ਹਿੱਤ 'ਚ ਹੋਣ, ਕਿਸਾਨ ਦੇ ਭਲੇ ਲਈ ਹੋਣ? ਉਹ ਕਿਸ ਤਰ੍ਹਾਂ ਦੇ ਚਾਹੀਦੇ ਨੇ? ਦੇਖੋ, ਇਹ ਕਾਨੂੰਨ ਜੇ ਰੱਦ ਹੋ ਜਾਂਦੇ ਨੇ ਜੀ, ਕੋਈ ਵੱਡਾ ਮਾਰਕਾ ਨਹੀਂ ਮਾਰ ਲੈਣਾ। ਇੱਕ ਤਾਂ ਨਵੀਂ ਮੁਸੀਬਤ ਕਿਸਾਨਾਂ ਦੇ ਸਿਰ ਤੇ ਆਈ ਸੀ, ਤਾਂ ਐਡੇ ਵੱਡੀ ਗਿਣਤੀ 'ਚ ਅਸੀਂ ਕਿਸਾਨ ਇੱਥੇ ਆਏ ਹਾਂ ਵੀ ਸਾਡੇ ਉੱਤੇ ਜ਼ਬਰਦਸਤੀ ਸਾਡੇ ਉੱਤੇ ਇਹੋ ਜਿਹੇ ਕਾਨੂੰਨ ਲਾਏ ਜਾ ਰਹੇ ਜਿਹੜੇ ਸਾਡੇ ਜ਼ਮੀਨਾਂ ਤੱਕ, ਸਾਡੇ ਜ਼ਮੀਨਾਂ ਦੀ ਫਸਲਾਂ ਤੱਕ, ਅਗਲੀ ਆਉਣ ਵਾਲੀ ਪੀੜ੍ਹੀਆਂ ਤੱਕ ਅਟੈਕ ਕਰ ਰਹੇ ਸੀਗੇ। ਪਰ ਜਦੋਂ ਅਸੀਂ ਘਰਾਂ ਨੂੰ ਮੁੜਾਂਗੇ ਕਰਜ਼ਾ ਉੱਦਾਂ ਹੀ ਖੜਾ ਜੀ। ਸੁਸਾਈਡ ਸਾਡੇ ਇਕਨੋਮਿਕਲ ਸੁਸਾਈਡ, ਜਿਹੜੀਆਂ ਘਾਟੇ ਪੈਣ ਨਾਲ ਸੁਸਾਈਡ ਹੁੰਦੀਆਂ ਨੇ, ਉਹ ਉੱਦਾਂ ਹੀ ਕਿਸਾਨ ਮਰ ਰਹੇ ਨੇ। ਪਿਛਲੀ ਗਿਣਤੀ ਦੱਸ ਰਹੀ ਆ ਵੀ ਕੀ ਹਾਲਾਤ ਨੇ ਖੇਤੀ ਦੇ। ਸਾਡੇ ਬੱਚੇ ਆ ਜਿਹੜੇ ਯੰਗਸਟਰ ਆ ਉਹ ਖੇਤੀ ਕਰਨਾ ਪਸੰਦ ਨਹੀਂ ਕਰ ਰਹੇ, ਇਹ ਧੰਦੇ ਨੂੰ ਛੱਡ ਕੇ ਬਾਹਰ ਅਬਰੋਡ ਜਾ ਰਹੇ ਨੇ, ਜ਼ਮੀਨਾਂ ਵੇਚ ਜਾ ਰਿਹਾ, ਕੋਈ ਕਰਜ਼ੇ ਲੈ ਕੇ ਜਾ ਰਿਹਾ। ਉਹ ਮੁਸੀਬਤ ਸਾਡੀ ਜਿਉਂ ਦੀ ਤਿਉਂ ਖੜੀ ਹੈ। ਕਈ ਵਾਰੀ ਕਿਹਾ ਜਾਂਦਾ ਵੀ ਈਗੋ ਪ੍ਰੋਬਲਮ ਕਾਰਨ ਵੀ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਈਗੋ। ਅਤੇ ਕਈ ਵਾਰੀ ਕਿਹਾ ਜਾਂਦਾ ਜਥੇਬੰਦੀਆਂ ਦੇ ਕਿਸਾਨ ਈਗੋ ਕਰ ਰਹੇ ਨੇ। ਈਗੋ ਨਹੀਂ ਕਰ ਰਹੇ, ਸਾਡੇ ਸਿਰ 'ਤੇ ਮੁਸੀਬਤ ਪਈ ਹੋਈ ਹੈ, ਅਸੀਂ ਉਸ ਮੁਸੀਬਤ ਲਾ ਕੇ ਜਾਣਾ। ਕੋਈ ਖਾਸ ਖੁਸ਼ੀ ਨਹੀਂ ਹੋਊਗੀ ਜੇ ਅਸੀਂ ਮੁੜ ਕੇ ਵੀ ਜਾਵਾਂਗੇ ਜਿੱਤ ਕੇ, ਕਿਉਂਕਿ ਸਾਡੀਆਂ ਮੁਸ਼ਕਲਾਂ ਜਿਉਂ ਦੇ ਤਿਉਂ ਪਈਆਂ ਨੇ। ਜਿੱਥੇ ਕਿ ਕਾਨੂੰਨ ਉਸ ਮੁਸ਼ਕਲਾਂ ਨੂੰ ਹੱਲ ਕਰਨ ਲਈ ਬਣਨੇ ਚਾਹੀਦੇ ਸੀਗੇ। ਸਾਡਾ ਕਰਜ਼ਾ ਜਿਹੜਾ ਵੱਡੀ ਵੱਡੀ ਇੰਡਸਟਰੀ ਕਹਿੰਦੇ ਸਿੱਖ ਹੋ ਜਾਂਦੀ ਹੈ ਤਾਂ ਇੰਨੇ ਕਰੋੜ, ਅਰਬਾਂ ਕਰੋੜ ਮਾਫ ਕੀਤੇ ਜਾਂਦੇ ਆ, ਤਾਂ ਸਾਡੇ ਵੀ ਕਰਜ਼ੇ ਮਾਫ ਕੀਤੇ ਜਾਣ ਤੇ ਜਾ ਕੇ ਸਾਡੀ ਜਿਹੜੀ ਦੁਆਰਾ ਪਰੜੀ, ਜਿਹੜੀ ਇਕਨੋਮਿਕਲ ਪਰੜੀ ਆ ਸਾਡੇ ਸਮਾਜ ਦੀ, ਉਹ ਰੇਲ 'ਤੇ ਚੜ੍ਹ ਸਕੇ ਤੇ ਬੱਚਿਆਂ ਨੂੰ ਕੋਈ ਨਵਾਂ ਉੱਥੇ ਢੰਗ ਤਰੀਕੇ ਦੱਸੇ ਜਾਣ, ਪੜ੍ਹਾਈਆਂ ਇਹੋ ਜਿਹੀ ਕੀਤੇ ਜਾਣ। ਜੇ 7-8 ਸਾਲ 'ਚ ਬਾਹਰ ਜਾ ਕੇ ਬੱਚਾ ਸੈੱਟ ਹੋ ਸਕਦਾ ਤੇ ਸਾਡੇ ਵੀ ਇੱਥੇ ਬੱਚੇ ਰਿਫੋਰਮਸ ਦੇ ਨਵੇਂ ਲਿਆ ਕੇ, ਨਵੇਂ ਕੋਈ ਵੈਲਿਊ ਐਡਡ
ਪ੍ਰੋਡਕਟ ਇੱਥੇ ਬਣ ਜਾਣ ਖੇਤੀ 'ਚੋਂ ਬਾਹਰ ਨਿਕਲ ਕੇ, ਤੇ ਉਹਨਾਂ ਨੂੰ ਉੱਥੇ ਪੈਰਾਂ 'ਤੇ ਖੜਾ ਕੀਤਾ ਜਾਵੇ, ਵਪਾਰ ਨੂੰ ਵਧਾਇਆ ਜਾਵੇ, ਵਪਾਰ ਨਾਲ ਦੇ ਦੇਸ਼ਾਂ ਤੱਕ ਵੀ ਕੀਤਾ ਜਾਵੇ। ਦੁਸ਼ਮਣੀਆਂ ਰੱਖ ਕੇ ਆਪਦੀ ਇਕਨੋਮੀ ਭੰਨਣੀ ਕੋਈ ਬਾਹਲੀ ਸਿਆਣਪ ਨਹੀਂ ਹੁੰਦੀ। ਜੇ ਇਹਦੇ ਰਸਤੇ ਦੇ ਵਿੱਚੋਂ ਰਸਤਾ ਗਾਂ ਰਸ਼ੀਆ ਤੱਕ ਜਾਂਦੇ, ਦੁਬਈ ਤੱਕ ਜਾਂਦੇ ਨੇ, ਅਰਬ ਕੰਟਰੀ ਤੱਕ ਜਾਂਦੇ ਨੇ, ਉਹ ਰਸਤੇ ਖੋਲ੍ਹੇ ਜਾਣ ਤੇ ਵਪਾਰ ਦੇ ਅਦਾਰਾ ਹੋਰ ਵੱਡਾ ਕੀਤਾ ਜਾਵੇ। ਜੀ ਨੈਸ਼ਨਲ ਮੀਡੀਆ ਜਾਂ ਜਿਹੜੇ ਪੇਪਰ ਨੇ ਬਾਹਰਲੇ ਸੂਬਿਆਂ 'ਚ ਇਹ ਪ੍ਰਚਾਰ ਕਰ ਰਹੇ ਨੇ ਵੀ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹੱਕ 'ਚ ਨੇ, ਤੇ ਜਿਹੜੇ ਪਹਿਲਾਂ MSP ਸੀ ਮੰਡੀ ਬੋਰਡ ਸੀਗਾ ਉਹ ਪੰਜਾਬ ਤੇ ਹਰਿਆਣੇ ਦੇ ਵਿੱਚ ਸੀਗਾ, ਉਹ ਇਹ ਪ੍ਰਚਾਰ ਕਰ ਰਹੇ ਨੇ ਵੀ ਪੰਜਾਬ ਤੇ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਸਾਰੇ ਰਾਜ ਦਾ, ਸਾਰੇ ਭਾਰਤ ਦੇ ਕਿਸਾਨਾਂ ਦਾ ਹੱਕ ਖਾ ਰਹੇ ਸੀਗੇ, ਤਾਂ ਹੀ ਉਹਨਾਂ ਕੋਲ ਵੱਡੀਆਂ ਵੱਡੀਆਂ ਗੱਡੀਆਂ ਨੇ, ਵੱਡੇ ਵੱਡੇ ਟਰੈਕਟਰ ਨੇ ਤੇ ਵੱਡੇ ਵੱਡੇ ਘਰ ਪਾਏ ਨੇ, ਤੇ ਬਾਕੀ ਹੋਰ ਸਾਰੇ ਭਾਰਤ ਦੇ ਕਿਸਾਨ ਗਰੀਬ ਨੇ। ਇਹ ਕਾਨੂੰਨ ਨੇ ਜਿਹੜੇ ਇਹ ਸਭ ਨੂੰ ਇੱਕ ਬਰਾਬਰ ਕਰ ਦੇਣਗੇ, ਕੀ ਕहेंगे ਉਹਦੇ ਬਾਰੇ? 1966 ਦੇ ਜੋ APMC ਮੰਡੀ ਜਦੋਂ ਆਈ ਜੀ, ਉਦੋਂ ਜਿਹੜੇ ਦੇ ਮੌਕੇ ਦੇ ਪ੍ਰਾਈਮ ਮਿਨਿਸਟਰ ਸੀਗੇ, ਉਹਨੇ ਇੱਕ ਟਾਈਮ ਦੀ ਰੋਟੀ ਬੰਦ ਕਰਨ ਨੂੰ ਕਿਹਾ ਸੀ ਪੂਰੇ ਭਾਰਤ ਨੂੰ ਜੀ, ਤੇ ਪੰਜਾਬ ਦੇ ਹਰਿਆਣੇ ਦੇ ਜਿਹੜੇ ਰੋਡ ਦੇ ਉੱਤੇ ਢਾਬੇ ਸੀ ਉਹ ਇੱਕ ਟਾਈਮ ਦੀ ਰੋਟੀ ਨਹੀਂ ਪਕਾਉਂਦੇ ਸੀ ਜੀ। ਐਡਾ ਕਦੋਂ ਅਦਾਰਾ ਪ੍ਰਾਈਮ ਮਿਨਿਸਟਰ ਨੂੰ ਕਿੰਨੀ ਇੱਜ਼ਤ ਮਿਲਦੀ ਹੋਣੀ ਹੈ ਜਦੋਂ ਉਹਨਾਂ ਦੀ ਸਿਰਫ ਇੱਕ ਕਹਿਣ ਨਾਲ ਹੀ ਢਾਬੇ ਬੰਦ ਹੋ ਜਾਂਦੇ ਸੀਗੇ ਇੱਕ ਟਾਈਮ ਦੀ ਰੋਟੀ ਦੇ। ਤੇ ਕਾਫੀ ਬਾਕੀ ਵੀ ਭਾਰਤ ਦੇ ਵਿੱਚ ਉਹ ਚੀਜ਼ ਲਾਗੂ ਹੁੰਦੀ ਸੀ, ਉਹ ਲਾਗੂ ਹੋਣੀ ਵੀ ਸੀ। ਕਈ ਜਗ੍ਹਾ ਤਾਂ ਭੁੱਖਮਰੀ ਬਹੁਤ ਜ਼ਿਆਦਾ ਸੀ। 66 ਤੋਂ ਲੈ ਕੇ ਹੁਣ ਤੱਕ ਸਾਰੇ ਭਾਰਤ ਨੂੰ ਖਿਲਾਇਆ ਇਸ ਨੇ। ਜੇ 1966 ਦੇ APMC ਮੰਡੀ ਉਰੇ ਲੱਗੀ ਹੈ, ਜੇ ਕਿਤੇ ਹੋਰ ਨਹੀਂ ਲੱਗੀ ਤਾਂ ਉਹਦੀ ਜੀਓਗ੍ਰਾਫੀਕਲ ਕੰਡੀਸ਼ਨਸ ਵੀ ਨੇ, ਉਹਨਾਂ ਦਾ ਸਾਧਨ, ਪਾਣੀ ਦਾ ਸਾਧਨ ਵੀ ਨੇ, ਉਹਨਾਂ ਦੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਆ। ਕੱਲਾ ਇਹ ਨਹੀਂ ਵੀ ਇੱਥੇ MSC ਲੱਗੀ ਤੇ MSP ਲੱਗੀ ਤਾਂ ਅਸੀਂ ਜੇ ਫਸਲ ਹੋ ਸਕੀ ਆ। ਹਾਂ ਜ਼ਰੂਰ ਇਹ ਗੱਲ ਆ ਵੀ MSP ਅਸੀਂ ਸਾਰੀ ਭਾਰਤ ਦੀ ਤਾਂ ਹੀ ਮੰਗਦੇ ਪਏ ਆ ਵੀ ਜੇ MSP ਹੋਵੇ ਤਾਂ ਕਿਸਾਨ ਉਤਸ਼ਾਹ ਹੋ ਕੇ ਉੱਧਰ ਨੂੰ ਵੱਧ ਸਕਦਾ, ਉੱਧਰ ਨੂੰ ਵੱਧ ਕੇ ਆਪਣੀ ਜ਼ਮੀਨਾਂ ਨੂੰ ਡਿਵੈਲਪ ਕਰ ਸਕਦਾ। ਉਹੀ ਚੀਜ਼ ਅਸੀਂ ਹੁਣ ਮੰਗ ਰਹੇ ਹਾਂ ਸਾਰੇ ਭਾਰਤ ਲਈ ਵੀ ਜੇ ਜਿਹੜਾ ਜਿੰਨਾ ਘਾਟਾ ਸਾਨੂੰ ਪਾਣੀ ਥੱਲੇ ਜਾਣ ਨਾ ਪਿਆ, ਜਿੰਨਾ ਘਾਟਾ ਸਾਨੂੰ ਦਵਾਈਆਂ ਵਰਤਣਾ ਜ਼ਹਿਰੀ ਜ਼ਮੀਨਾਂ ਗਿਆ, ਜਿੰਨਾ ਘਾਟਾ ਸਾਨੂੰ ਹਵਾ ਪਾਣੀ ਸਾਡਾ ਖਰਾਬ ਹੋਇਆ, ਹੁਣ ਪਰਾਲੀ ਦੇ ਪਰਚੇ ਲੱਗਣ ਲੱਗ ਗਏ, ਕਾਨੂੰਨ ਬਣਨ ਲੱਗ ਗਏ ਵੀ ਅੱਗ ਨਾ ਲਾਓ। ਤੇ ਜੇ ਇਹ ਅੱਗ ਝੋਨਾ ਹਰਿਆਣੇ ਪੰਜਾਬ ਨੇ ਨਹੀਂ ਖਾਣਾ ਸੀ, ਇਹ ਚੌਲ ਸਾਰਾ ਹੀ ਸਾਊਥ ਜਾਂ ਸਾਰੇ ਇੰਡੀਆ ਨੂੰ ਖਾਣਾ ਸੀਗਾ, ਉਹਦੇ ਲਈ ਕਮਾਇਆ ਗਿਆ ਸੀ। ਇਸ ਕਰਕੇ ਇਹਨੂੰ ਇਕੱਲਾ ਜ਼ਿੰਮੇਵਾਰ ਬਣਾਉਣਾ, ਇਹਨੂੰ ਟਾਰਗੇਟ ਕਰਨਾ ਉਹ ਵੀ ਗਲਤ ਗੱਲ ਆ। ਬਾਕੀ ਜਿਹੜਾ ਇੰਡੀਆ ਦੇ ਵਿੱਚ ਹੁਣ ਬਿਹਾਰ 'ਚ, ਛੱਤੀਸਗੜ੍ਹ 'ਚ ਜਾਂ UP 'ਚ ਤੇ ਝਾਰਖੰਡ 'ਚ, ਉੱਥੇ ਉੜੀਸਾ 'ਚ, ਉੱਥੇ ਬੜੇ ਲੈਵਲ 'ਤੇ ਝੋਨਾ ਲੱਗਦਾ, ਉੱਥੇ ਵੀ MSP ਨਹੀਂ ਹਾਲੇ ਤੱਕ ਦੇ ਸਕੇ। ਜਿੱਥੇ ਮੰਡੀਆਂ ਬਣੀ ਕਰਨਾਟਕਾ 'ਚ ਮੰਡੀ ਹੈਗੀ ਆ, ਉੱਥੇ ਨਹੀਂ MSP ਪੂਰੇ ਤਰੀਕੇ ਨਾਲ ਦਿੱਤੀ ਜਾ ਸਕੀ। ਇਹ ਸਰਕਾਰ ਦੀ ਨਾਕਾਮੀ ਨੇ। ਤੇ ਬਾਕੀ ਸਟੇਟਸ ਨੇ ਜਿਹੜੀਆਂ ਆਪਣੀਆਂ ਮੰਡੀਆਂ ਡਿਵੈਲਪ ਨਹੀਂ ਕਰ ਸਕੀਆਂ, ਇਹਨਾਂ ਨੇ ਪ੍ਰੋਪਰ ਮੰਡੀ ਬੋਰਡ ਡਿਵੈਲਪ ਕਰਕੇ ਹਰਿਆਣਾ ਤੇ ਪੰਜਾਬ ਨੇ, ਕਿਉਂਕਿ ਇਹ ਇੱਕ ਭਾਈਬੰਦੀ ਸਟੇਟਸ ਨੇ, ਇਹਨਾਂ ਦੇ ਜੋ ਰੂਲਸ ਬਣੇ ਆ ਇਕੱਠੇ ਬਣੇ ਆ, ਤੇ ਉਹ ਸਟੇਟਸ ਆਪਣੀ ਡਿਵੈਲਪਮੈਂਟ ਆਪ ਨਹੀਂ ਕਰ ਸਕੀ। ਉਹਦਾ ਕਸੂਰ ਕਿਸਾਨਾਂ ਨੂੰ ਕੱਢ ਕੇ ਕਿਸਾਨਾਂ ਨੂੰ ਮਾੜਾ ਕੀਤਾ ਗਿਆ ਉਸ ਸਟੇਟ ਦੇ ਵਿੱਚ। ਮੈਂ ਵੀ ਮੰਨਦਾ ਵੀ ਉਹਨਾਂ ਕਿਸਾਨਾਂ ਦੀ ਮੰਗ ਜੈਨੂਅਨ ਆ, ਵੀ ਉਹਨਾਂ ਦੇ ਰਿਫਾਰਮਸ ਲੈ ਕੇ ਆਉਣੇ ਚਾਹੀਦੇ ਸੀ, ਮੰਡੀਆਂ ਡਿਵੈਲਪ ਕਰਨੀ ਚਾਹੀਦੀ ਸੀ। ਆਹੀ ਮੈਂ ਹੁਣ ਪਹਿਲਾਂ ਦੱਸ ਰਿਹਾ ਸੀ ਵੀ ਜਿਹੜੇ ਰੂਲਸ ਲੈ ਕੇ ਆਏ ਨੇ, ਇਹ ਰੂਲਸ ਸਗੋਂ ਇਹੋ ਜਿਹੇ ਬਣਾਉਣੇ ਚਾਹੀਦੇ ਸੀ, ਮਾਡਲ ਦਿਖਾਉਂਦੇ, ਹਰਿਆਣਾ ਪੰਜਾਬ ਵਰਗਾ ਮਾਡਲ ਦਿਖਾਉਂਦੇ ਬਾਕੀ ਸਟੇਟ ਨੂੰ ਪੂਰੇ ਇੰਡੀਆ ਦੇ ਵਿੱਚ, ਵੀ ਜੇ APMC ਮੰਡੀ ਉਰੇ ਆਈ ਆ ਤਾਂ ਇੱਥੇ ਡਿਵੈਲਪਮੈਂਟ ਹੋਈ ਆ। ਜਿਵੇਂ ਤੁਸੀਂ ਕਹਿੰਦੇ ਵੀ ਕਾਰਾਂ ਲੈ ਲਈਆਂ, ਟਰੈਕਟਰ ਲੈ ਲਏ, ਵੱਡੇ ਜੇ ਸਾਧਨ ਬਣਾਏ ਆ, ਉਹ APMC ਮੰਡੀ ਨੇ ਬਣਾਏ ਆ। ਫਿਰ ਉਹੋ ਜਿਹੇ ਰਿਫਾਰਮਸ ਬਾਕੀ ਸਟੇਟਸ ਲੈ ਕੇ ਆਉਂਦੇ, ਨਾ ਕਿ ਉਹਨਾਂ ਨੂੰ ਮਾਰਨ ਵਾਲੇ ਰਿਫਾਰਮਸ ਲੈ ਕੇ ਆਉਂਦੇ। ਜਿੱਥੇ ਸਾਡੀਆਂ ਸਟੇਟਸ ਮਾਰਨੀਆਂ ਸੀ, ਨਾਲ ਉਹਨਾਂ ਨੇ ਜਿੱਥੇ ਤੱਕ ਉਹ ਪਹੁੰਚੇ ਨੇ ਉਦੋਂ ਵੀ ਮਾਰ ਦੇਣਾ ਸੀ। ਉਹਨਾਂ ਨੂੰ ਸਗੋਂ ਮਾਡਲ ਸਟੇਟ ਬਣਾ ਕੇ ਹਰਿਆਣਾ ਪੰਜਾਬ ਨੂੰ ਬਾਕੀ ਮੰਡੀ ਸਟਰਕਚਰ ਬਣਾਉਣਾ ਚਾਹੀਦਾ ਸੀ। ਜੀ, ਇਹ ਜਿਹੜਾ ਹੁਣ ਇੱਥੇ ਧਰਨਾ ਪ੍ਰਦਰਸ਼ਨ ਚੱਲ ਰਿਹਾ, ਇਹ ਸਾਰੇ ਸੂਬਿਆਂ 'ਚ ਜਿਹੜਾ ਮੰਡੀ ਬੋਰਡ ਆ ਤੇ MSP ਆ, ਉਹਦੇ ਲਈ ਸਾਰੇ ਸੂਬਿਆਂ ਦੀ ਉਹ ਮੰਗ ਕੀਤੀ ਜਾ ਰਹੀ ਹੈ ਜਾਂ ਇਕੱਲਾ ਪੰਜਾਬ ਤੇ ਹਰਿਆਣੇ ਦੀ? ਨਹੀਂ, ਇਹ ਹੁਣ 450 ਜਥੇਬੰਦੀਆਂ ਰੀਪ੍ਰੈਜ਼ੈਂਟ ਕਰ ਰਹੇ ਆ। 40 ਮੈਂਬਰ ਕਮੇਟੀ ਜਿਹੜੀ ਬਣੀ ਆ, ਉਹ 450 ਜਥੇਬੰਦੀਆਂ ਨੂੰ ਰੀਪ੍ਰੈਜ਼ੈਂਟ ਕਰ ਰਹੀ ਆ। ਅਸੀਂ ਕਹਿੰਦੇ ਆ ਵੀ 23 ਫਸਲਾਂ ਤੇ MSP ਦਿੱਤੀ ਜਾਂਦੀ ਆ, ਐਲਾਨ ਕੀਤੀ ਜਾਂਦੀ ਹੈ, ਦਿੱਤਾ ਨਹੀਂ ਜਾਂਦਾ। 2-3-4 ਫਸਲਾਂ ਨੇ ਹਰ ਸਟੇਟ ਦੀਆਂ ਜਿੱਥੇ ਪ੍ਰੋਕਿਉਰਮੈਂਟ ਕੀਤੀ ਜਾਂਦੀ, ਜਿਹੜੀ ਕਿ ਮੋਟੇ ਲੈਵਲ ਤੇ ਆਪਣੇ ਝੋਨਾ ਤੇ ਕਣਕ ਆਪਣੇ ਪੰਜਾਬ ਹਰਿਆਣੇ 'ਚੋਂ ਕੀਤੀ ਜਾਂਦੀ ਆ, ਸਰੋਂ ਆਪਣੇ ਰਾਜਸਥਾਨ 'ਚੋਂ ਕੀਤੀ ਜਾਂਦੀ ਆ, ਛੋਲੇ ਕੀਤੇ ਜਾਂਦੇ ਨੇ। ਕਾਟਨ ਕਾਰਪੋਰੇਸ਼ਨ ਵੀ ਕੁਛ ਮਾਰਾ ਮੈਂ ਪਰਚੇਜ਼ ਕਰਦੀ ਆ, ਰਾਜਸਥਾਨ 'ਚੋਂ ਵੀ ਕਰਦੀ, ਗੁਜਰਾਤ 'ਚੋਂ ਵੀ ਕਰਦੀ ਆ, ਪੰਜਾਬ 'ਚੋਂ ਵੀ ਕਰਦੀ ਆ। ਗੰਨਾ ਹਰ ਜਗ੍ਹਾ ਪਰਚੇਜ਼ ਕੀਤਾ ਜਾਂਦਾ। ਜਿੰਨਾ ਰੇਟ ਦਿੰਦੇ ਆ ਉਦੋਂ ਵੱਧ ਫਿਰ ਆਪਣਾ ਜਿਹੜਾ ਕੋਈ ਸਟੇਟ ਦੇ ਸਕਦੀ ਹੈ, UP ਜਿਵੇਂ ਵੱਧ ਦਿੰਦੀ ਹੈ, ਹਰਿਆਣਾ ਥੋੜ੍ਹਾ ਜਿਹਾ ਘੱਟ ਦਿੰਦੀ, ਉਦੋਂ ਘੱਟ ਪੰਜਾਬ 'ਚ ਮਿਲਦਾ, ਉਹ ਵੀ ਗੰਨੇ ਦਾ ਰੇਟ ਵੀ ਦਿੱਤਾ ਜਾਂਦਾ। ਤਾਂ ਇੱਦਾਂ ਸਾਰੀਆਂ ਫਸਲਾਂ ਦਿੱਤਾ ਜਾਵੇ ਅਤੇ 23 ਫਸਲਾਂ 'ਤੇ MSP ਦੀ ਪ੍ਰੋਕਿਉਰਮੈਂਟ ਕੀਤੀ ਜਾਵੇ। ਉਹਦੇ ਨਾਲ ਸਾਨੂੰ ਲੱਗਦਾ ਵੀ ਕੁਛ ਨਾ ਕੁਛ ਫਰਕ ਪਊਗਾ, ਉਹਨਾਂ ਡਿਵਰਸੀਫਿਕੇਸ਼ਨ ਵੀ ਪਊਗੀ। ਪੰਜਾਬ ਹਰਿਆਣੇ ਜਾਂ ਨਾਰਥ ਇੰਡੀਆ ਜਿਹੜੀ ਫਸਲਾਂ ਜ਼ਬਰਦਸਤੀ ਬੀਜੀ ਜਾਂਦੀਆਂ ਨੇ ਉਹ ਵੀ ਚੇਂਜ ਹੋਣਗੀਆਂ। ਜੀ, ਗੱਲ ਫਿਰ ਮੁੜ ਕੇ ਕਾਦੀਆਂ ਸਾਹਿਬ ਉੱਥੇ ਹੀ ਲਿਆਉਣਾ, ਜਿਹੜੀ ਕਮੇਟੀ ਬਣਾਈ ਗਈ ਆ ਕਿ ਕਿਸਾਨ ਉਹ ਕਮੇਟੀ 'ਚ ਨਹੀਂ ਜਾਣਗੇ, ਉੱਥੇ ਕੋਈ ਸੁਣਵਾਈ ਨਹੀਂ ਕਰਨਗੇ, ਆਪਣੀ ਗੱਲਾਂ ਨਹੀਂ ਰੱਖਣਗੇ ਕਮੇਟੀ 'ਚ? ਨਹੀਂ, ਅਸੀਂ ਨਹੀਂ ਪੇਸ਼ ਕਰਨਗੇ। 32 ਜਥੇਬੰਦੀਆਂ ਦਾ ਫੈਸਲਾ ਹੋ ਗਿਆ, ਕੱਲ੍ਹ ਨੂੰ ਸੰਯੁਕਤ ਮੋਰਚੇ ਦਾ ਹੋ ਜਾਊਗਾ, ਉਹ ਕਲੀਅਰ ਹੋ ਜਾਊਗਾ ਵੀ ਅਸੀਂ ਉਹਨਾਂ ਸਾਹਮਣੇ ਜਾ ਕੇ ਪੇਸ਼ ਹੋਣਾ। ਨਾ ਉਹਨਾਂ ਨੇ ਕਿਹਾ ਪੇਸ਼ ਹੋਣਾ ਜ਼ਰੂਰੀ ਆ, ਇਹਦਾ ਕੋਈ ਸਮਾਂ ਨਹੀਂ
ਕੱਢੇ ਸਾਡੀ ਜਥੇਬੰਦੀਆਂ ਨੂੰ ਵੀ ਉਹਦੇ ਮੂਹਰੇ ਪੇਸ਼ ਹੋਣ। ਇਹ ਤਾਂ ਜਿਹੜੀ ਜਥੇਬੰਦੀਆਂ ਜਾਣਾ ਚਾਹੁੰਦੀਆਂ ਉਹ ਕਰਨਗੀਆਂ। ਜ਼ਿਆਦਾ ਤੌਰ ਤੇ ਸਰਕਾਰ ਇਹ ਕੋਸ਼ਿਸ਼ ਕਰੂਗੀ ਵੀ ਜਾਅਲੀ ਜਥੇਬੰਦੀਆਂ ਬਣਾ ਕੇ ਉਹ 'ਚ ਪੇਸ਼ ਕੀਤੇ ਜਾਣ ਤੇ ਪੱਖ ਉਹਨਾਂ ਦਾ ਪੂਰਿਆ ਜਾਵੇ, ਜਿਹੜਾ ਕਿ ਸੰਵਿਧਾਨ ਦੇ ਵੀ ਉਲਟਾ ਤੇ ਸੱਚਾਈ ਦੇ ਵੀ ਉਲਟਾ ਜਿਹੜੇ ਸੰਘਰਸ਼ ਕਰ ਰਹੇ ਆ। ਇਹਨਾਂ ਜਥੇਬੰਦੀਆਂ ਨਾਲ ਗੱਲ ਕਰਨੀ ਸੀ ਤੇ ਜਾਅਲੀ ਜਥੇਬੰਦੀਆਂ ਉੱਥੇ ਖੜੀ ਕਰ ਰਹੇ ਨੇ ਜੀ। ਇੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਇਸ ਦੇ ਵਿੱਚ ਖਾਲਿਸਤਾਨੀ ਮੂਵਮੈਂਟ ਦੇਖਣ ਲੱਗੀ ਜਾਂ ਫਿਰ ਸਿੱਖ ਫੋਰ ਜਸਟਿਸ ਨੇ ਆਪਣੇ ਹੱਥ 'ਚ ਕਰ ਲਿਆ। ਕੀ ਕहेंगे ਅੱਜ ਇਹ ਵੀ ਗੱਲਾਂ ਹੋਈਆਂ ਨੇ ਉੱਥੇ? ਜਿੱਦਣ ਦੇ 28 ਤਰੀਕ ਦੇ ਆਏ ਹੋਏ ਆ ਜੀ ਨਵੰਬਰ ਦੇ, ਉਦੋਂ ਤੋਂ ਇਸ ਨੂੰ ਅਲੱਗ-ਅਲੱਗ ਰੰਗ ਦਿੱਤੇ ਜਾ ਰਹੇ ਨੇ। ਬਹੁਤ ਵੱਡੇ ਲੈਵਲ ਤੇ ਸਾਡੇ ਪੰਜਾਬ, ਹਰਿਆਣਾ, ਯੂਪੀ ਤੋਂ, ਰਾਜਸਥਾਨ, ਮੱਧ ਪ੍ਰਦੇਸ਼ ਤੋਂ ਲੋਕ ਆ ਕੇ ਇੱਥੇ ਤਕਰੀਬਨ ਨੌਕਰੀ ਪੇਸ਼ਾ ਲੋਕ ਸੈਟਰਡੇ ਸੰਡੇ ਨੂੰ ਆ ਕੇ ਇੱਥੇ ਜਾ ਕੇ ਜਾਂਦੇ ਰਹੇ ਨੇ। ਤੇ ਦਿੱਲੀ ਵਾਲੇ ਲੋਕਾਂ ਨੂੰ ਤਾਂ ਹਫ਼ਤਾ ਵੜ ਨਹੀਂ ਦਿੱਤਾ ਵੀ ਪਤਾ ਨਹੀਂ ਕਿੱਡੇ ਕੁ ਵੱਡੇ ਖਾੜਕੂ ਬੈਠੇ ਆ ਉੱਥੇ ਸੜਕਾਂ ਦੇ ਉੱਤੇ। ਤੇ ਦੁਬਾਰਾ ਜਾ ਕੇ ਜਦੋਂ ਉਹ ਲੋਕ ਇੱਥੇ ਆ ਕੇ ਵਿਚਰੇ, ਸਾਡੇ ਵਿੱਚ ਆ ਕੇ ਵਿਚਰੇ, ਸਾਡੇ ਲੰਗਰ ਚੱਲਦੇ ਦੇਖੇ, ਸਾਡੀ ਸੇਵਾ ਭਾਵਨਾ ਦੇਖੀ, ਉਹ ਆਪਣੇ ਪਰਿਵਾਰਾਂ ਸਮੇਤ ਆ ਰਹੇ ਆ। ਜੇ ਸ਼ਹਿਰ ਵਾਲੇ ਲੋਕ ਪਰਿਵਾਰਾਂ ਸਮੇਤ ਬਿਨਾਂ ਧਰਮ ਤੋਂ ਉੱਪਰ ਉੱਠ ਕੇ ਲੋਕ ਇੱਥੇ ਆ ਰਹੇ, ਹਰ ਧਰਮ ਦਾ ਬੰਦਾ ਇੱਥੇ ਦੇਖਣ ਆ ਰਿਹਾ ਵੀ ਇਹ ਲੋਕ ਆਏ ਆ ਤੇ ਕਿਵੇਂ ਬੈਠੇ ਨੇ, ਕਿਵੇਂ ਸ਼ਾਂਤਮਈ ਬੈਠੇ ਨੇ, ਤਾਂ ਉਹਦਾ ਸਬੂਤ ਹੋਰ ਹੁਣ ਅਸੀਂ ਕੀ ਦੇ ਸਕਦੇ ਹਾਂ ਵੀ ਪਰਿਵਾਰਾਂ ਨੂੰ ਲੈ ਕੇ ਆ ਰਹੇ ਆ। ਜੇ ਪਰਿਵਾਰਾਂ ਨੂੰ ਕੋਈ ਖਾੜਕੂਆਂ ਕੋਲ ਤਾਂ ਨਹੀਂ ਲੈ ਕੇ ਆਉਂਦਾ, ਕੋਈ ਖਾਲਿਸਤਾਨੀਆਂ ਕੋਲ ਤਾਂ ਨਹੀਂ ਲੈ ਕੇ ਆਉਂਦਾ, ਤੇ ਕੋਈ ਗਲਤ ਬੰਦੇ ਅਨਸਰ ਬੈਠੇ ਹੁੰਦੇ ਤਾਂ ਉਹ ਗਲਤ ਗੱਲ ਹੁੰਦੀ। ਸਾਡੇ ਰਿਲੀਜਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਜੇ ਸਾਡੇ ਇੱਥੇ ਝੰਡੇ ਲੱਗੇ ਹੋਏ ਆ ਤਾਂ ਸਾਡੇ ਉਹ ਮਾਣ ਸਤਿਕਾਰ, ਸਾਡੇ ਖੰਡੇ ਦਾ ਅਸੀਂ ਬਹੁਤ ਮਾਣ ਸਤਿਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ। ਇਸ ਕਰਕੇ ਉਹਨੂੰ ਗਲਤ ਨਹੀਂ ਲਿਆ ਜਾਣਾ ਚਾਹੀਦਾ, ਉਹਨੂੰ ਪਰਿਭਾਸ਼ਾ ਉਹਦੀ ਗਲਤ ਨਹੀਂ ਕੱਢਣੀ ਚਾਹੀਦੀ। ਸਾਡੇ ਲੰਗਰਾਂ ਨੂੰ 20 ਰੁਪਏ ਲੰਗਰ ਚੱਲਿਆ ਹੈ, ਮੁੱਕੇ ਨਹੀਂ ਹੈਗੇ ਹੁਣ ਤਾਂ। ਹਰ ਤਰ੍ਹਾਂ ਦਾ ਲੰਗਰ ਚਲਾਉਣ ਦਾ ਇੱਥੇ ਰੀਤ ਪੈ ਗਈ। ਹਰ ਤਰ੍ਹਾਂ ਦਾ ਸਮਾਨ ਇੱਥੇ ਲੋਕਾਂ ਨੇ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਲਿਆ ਕੇ ਇੱਥੇ ਦਿੱਤਾ ਤੇ ਸੇਵਾ ਭਾਵਨਾਵਾਂ ਨਾਲ ਜਿਵੇਂ ਸਾਡੇ ਮੁੰਡੇ ਕੰਮ ਕਰਦੇ ਆ। ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਹੋਇਆ ਵੀ ਜਿਹੜੇ ਘਰੇ ਪਾਣੀ ਦਾ ਗਲਾਸ ਨਹੀਂ ਚੱਕਦੇ, ਇਸ ਦੇ ਭਾਂਡੇ ਮਾਂਜਦੇ ਨੇ। ਲੋਕੀ ਆ ਕੇ ਐਗਜ਼ਾਮਪਲ ਕ੍ਰੀਏਟ ਕਰਦੇ ਆ ਵੀ ਇਹ ਲੋਕ ਇੱਦਾਂ ਵੀ ਜੀ ਸਕਦੇ ਨੇ। ਤਾਂ ਉਹਨਾਂ ਲੋਕਾਂ ਨੂੰ ਇਹੋ ਜਿਹੇ ਸ਼ਬਦ ਪ੍ਰਧਾਲੀ ਕਰਨਾ, ਕਿਸਾਨਾਂ ਨੂੰ ਜਿਹੜੀ ਇੱਕ ਆਰਥਿਕ ਲੜਾਈ ਲੜਨ ਆਏ ਆ, ਕੋਈ ਰਾਜਨੀਤਿਕ ਪਾਰਟੀ ਨਹੀਂ, ਕੋਈ ਧਾਰਮਿਕ ਲੜਾਈ ਨਹੀਂ ਲੜਨ ਆਏ, ਤਾਂ ਉਹਨਾਂ ਨੂੰ ਇਹੋ ਜਿਹੇ ਸ਼ਬਦ ਵਰਤਣੇ ਗਲਤ ਗੱਲ ਆ ਜੀ। ਹੁਣ ਜਿਹੜਾ ਆਪਣਾ 15 ਦੀ ਮੀਟਿੰਗ ਆ ਉਸ 'ਚ ਕਿਸਾਨ ਜਥੇਬੰਦੀਆਂ ਜਾਣਗੀਆਂ ਸਰਕਾਰ ਨਾਲ ਜੋ ਮੀਟਿੰਗ ਹੋਣ ਜਾ ਰਹੀ? ਹਾਂਜੀ, ਤਕਰੀਬਨ ਅਸੀਂ ਮੀਟਿੰਗ ਉਸ ਮੰਨ ਕੇ ਹੀ ਆਏ ਆ ਵੀ 15 ਤਰੀਕ ਦੀ ਮੀਟਿੰਗ ਰੱਖ ਲਓ। ਸਰਕਾਰ ਨੂੰ ਟਾਈਮ ਵੀ ਦੇ ਕੇ ਆਏ ਆ ਵੀ ਅਪੀਲ ਕਰਨਾ ਤੁਸੀਂ ਆਪ ਦਾ ਟਾਈਮ ਲਵੋ। ਉਹ ਟੇਢੇ ਤਰੀਕੇ ਨਾਲ ਸੁਪਰੀਮ ਕੋਰਟ ਵੀ ਚਲੇ ਗਏ ਆ। ਉਹਨਾਂ ਦੀ ਪਰਿਭਾਸ਼ਾ ਕਿਹੋ ਜਿਹੀ ਰਹਿੰਦੀ, ਭਾਸ਼ਾ ਕਿਹੋ ਜਿਹੀ ਵਰਤਦੇ ਆ, ਉਹ 15 ਤਰੀਕ ਨੂੰ ਦੇਖ ਕੇ ਆਵਾਂਗੇ। ਅਗਲਾ ਤਕਰੀਬਨ ਮੈਂ ਨਿੱਜੀ ਤੌਰ 'ਤੇ ਗੱਲ ਕਰ ਰਿਹਾ ਵੀ ਜਦੋਂ ਵੀ ਮੀਟਿੰਗ ਸੱਦਾਂਗੇ ਅਸੀਂ ਨਹੀਂ ਕਦੀ ਮੀਟਿੰਗ ਕੈਂਸਲ ਕਰਨੀ, ਸਰਕਾਰ ਨੂੰ ਭਜਾਵਾਂਗੇ, ਆਪ ਨਹੀਂ ਮੀਟਿੰਗ ਤੋਂ ਭੱਜਦੇ ਸੀ। ਟੇਬਲ ਟਾਕ ਤੋਂ ਹਮੇਸ਼ਾ ਤਿਆਰ ਆ। 26 ਦਾ ਟਰੈਕਟਰ ਮਾਰਚ ਆ ਜਿਹੜਾ ਉਹ ਵੀ ਕੀਤਾ ਜਾਊਗਾ? ਉਹ 15 ਤੋਂ ਬਾਅਦ ਕਲੈਰਿਟੀ ਦੱਸਿਆ ਜਾਊ। ਟਰੈਕਟਰ ਮਾਰਚ ਰੱਖਿਆ ਹੋਇਆ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਹਰਮੀਤ ਸਿੰਘ ਕਾਦੀਆਂ, ਜਿਨ੍ਹਾਂ ਦਾ ਕਹਿਣਾ ਹੈ ਕਿ 15 ਦੀ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਜਾਣਗੀਆਂ ਤੇ 15 ਤੋਂ ਬਾਅਦ 26 ਦਾ ਜਿਹੜਾ ਟਰੈਕਟਰ ਮਾਰਚ ਆ ਉਹਦੇ ਬਾਰੇ 15 ਤੋਂ ਬਾਅਦ ਗੱਲ ਕੀਤੀ ਜਾਊਗੀ। ਪਰ ਟਰੈਕਟਰ ਮਾਰਚ ਕੀਤਾ ਜਾਊਗਾ, ਉਹ ਕਿਸ ਜਗ੍ਹਾ 'ਤੇ ਕੀਤਾ ਜਾਣਾ ਹੈ ਤੇ ਕਿੱਦਾਂ ਦਾ ਕੀਤਾ ਜਾਣਾ ਉਸ ਬਾਰੇ 15 ਤੋਂ ਬਾਅਦ ਡਿਸੀਜਨ ਲੱਤਾ ਜਾਊਗਾ। ਤੇ ਜਿਹੜੀ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਆ ਉਸ 'ਚ ਕਿਸਾਨ ਜਥੇਬੰਦੀਆਂ ਬਿਲਕੁਲ ਨਹੀਂ ਜਾਣਗੀਆਂ। ਤੇ ਅੱਗੇ ਜਿੱਦਾਂ ਦੇ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਮੈਂ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ, ਦਿੱਲੀ।